was dedicated to the women who protested against harsh working conditions. Also, they were taking part in 1908 Garment Workers' Strike. It was in honor of their struggle. सीता जैसी अग्नि परीक्षा जग में अब तक जारी है। कोमल है कमजोर नहीं तू, शक्ति का नाम ही नारी है। जग को जीवन देने वाली मौत भी तुझसे हारी है। 8 ਮਾਰਚ ਸੰਸਾਰ ਦੀ ਸਿਰਜਣਹਾਰੀ ਔਰਤ ਦਾ ਦਿਨ ਅਤੇ ਆਪਾਂ ਸਾਰੇ ਮਾਤਾ ਗੰਗਾ ਗਰਲਸ ਕਾਲਜ ਦੇ ਵਿਹੜੇ ਵਿੱਚ ਅੱਜ ਇਹ ਦਿਨ ਮਨਾਉਣ ਲਈ ਇਕੱਠੇ ਹੋਏ ਹਾਂ। ਸਭ ਤੋਂ ਪਹਿਲਾਂ ਮੇਰੀਆਂ ਪਿਆਰੀਆਂ ਤੇ ਸਤਿਕਾਰੀਆਂ ਭੈਣਾਂ ਨੂੰ ਅੱਜ ਦੇ ਦਿਨ ਦੀ ਮੇਰੇ ਵੱਲੋਂ ਤਹਿ ਦਿਲੋਂ ਵਧਾਈ। ਸਵਾਗਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਡਮ ਪ੍ਰਿਆ ਸੂਦ ਜੀ, ਜ਼ਿਲ੍ਹਾ ਅਤੇ ਸੈਸ਼ਨ ਜੱਜ ਦਾ। ਉਸ ਤੋਂ ਬਾਅਦ ਮੈਂ ਬਹੁਤ ਧੰਨਵਾਦ ਕਰਦੀ ਹਾਂ ਇਸ ਕਾਲਜ ਦੇ ਪ੍ਰਿੰਸੀਪਲ ਮੈਡਮ ਜੀ ਦਾ, ਸਮੁੱਚੇ ਸਟਾਫ ਦਾ ਅਤੇ ਸਾਡੀਆਂ ਨਿੱਕੀਆਂ ਪਿਆਰੀਆਂ ਭੈਣਾਂ ਦਾ, ਜਿਨ੍ਹਾਂ ਨੇ ਕਿ ਸਾਡੇ ਲਈ ਇੰਨੇ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ। पालना किनू कहंदी वेख, सिख ले तू ज़मानिया, एवें नहीं तां पूछी तू, सानू वेख ले ज़मानिया, कमजोर ना समझी। ਰਾਮ ਜਹੇ ਅਵਤਾਰਾਂ ਵੀ ਤੈਨੂੰ ਅਜਮਾਇਆ ਸੀ, ਪਾਂਡਵਾਂ ਵਰਗੇ ਧਰਮੀਆਂ ਤੈਨੂੰ ਦਾਤੇ ਲਾਇਆ ਸੀ। ਕੋਈ ਕਿਸੇ ਦਾ ਰਾਖਾ ਨਹੀਂ, ਕੌੜੀ ਪਰ ਹਕੀਕਤ ਹੈ। ਰੋਣ ਲਈ ਨਾ ਮੋਢਾ ਭਾਲੀ, ਮੰਡ ਦੀ ਇਹ ਨਸੀਹਤ ਹੈ, ਮੰਡ ਦੀ ਇਹ ਨਸੀਹਤ ਹੈ। ਸਾਡੇ ਸਾਰੇ ਕੰਮ ਤੋਂ ਕਰਦੀ, ਤੇਰੇ ਜਿਹਾ ਨਾ ਕੋਈ ਵੀ ਦਰਦੀ। ਬੱਚਿਆਂ ਉੱਤੇ ਪਵੇ ਮੁਸੀਬਤ, ਰੋ ਰੋ ਕੇ ਤੂੰ ਹੋ ਕੇ ਪਰਦੀ। ਜੋ ਮੰਗਿਆ ਸੋ ਸਾਨੂੰ ਦਿੱਤਾ, ਕਦੇ ਨਾ ਕੀਤੀ ਨਾ ਮਾਈ ਨੀ ਤੇਰੀ ਠੰਡੀ ਮਿੱਠੀ ਸ਼ਾਮ। ਮੇਰਾ ਵੀ ਬੜਾ ਸਟਰਗਲ ਵਾਲਾ ਜਿਹੜਾ ਵਾ ਜੀਵਨ ਰਿਹਾ ਵਾ। ਮੈਨੂੰ ਵੀ ਪੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਘਰ ਚੋਂ, ਪਰ ਮੇਰੀ ਮਾਂ ਸੀ ਜਿਨੇ ਮੈਨੂੰ ਇੱਥੋਂ ਤੱਕ ਹਰ ਸਾਲ ਹਰ ਵਰੇ ਔਰਤ ਦਿਵਸ ਮਨਾਇਆ ਜਾਂਦਾ ਹੈ ਔਰਤ ਦੀ ਕਾਬਲਤਾ ਦੱਸਣ ਲਈ। ਵੈਸੇ ਤਾਂ ਔਰਤ ਦੀ ਕਾਬਲਤਾ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਹੈ, ਪਰ ਜਿਵੇਂ ਆਪਾਂ ਵੇਖਦੇ ਹਾਂ ਕਿ ਔਰਤ ਨੂੰ ਇੱਕ ਪਛੜੀ ਹੋਈ, ਇੱਕ ਜਿਹੜੀ ਆਪਾਂ ਕਹਿੰਦੇ ਆ ਕਿ ਕਮਜ਼ੋਰ ਵਰਗ ਸਮਝਿਆ ਜਾਂਦਾ ਹੈ। ਸੋ ਹਰ ਸਾਲ ਉਸ ਨੂੰ ਉਤਸ਼ਾਹ ਦੇਣ ਲਈ ਇਹ ਦਿਵਸ ਮਨਾਇਆ ਜਾਂਦਾ ਹੈ। ਇੰਟਰਨੈਸ਼ਨਲ ਵੂਮਨਸ ਡੇ, ਕੋਈ ਸ਼ੱਕ ਨਹੀਂ ਕਿ ਸਾਨੂੰ ਇਸ ਨੂੰ ਬਹੁਤ ਜ਼ੋਰ ਨਾਲ ਮਨਾਉਣਾ ਚਾਹੀਦਾ, ਖੁਸ਼ੀ ਨਾਲ ਮਨਾਉਣਾ ਚਾਹੀਦਾ ਅਤੇ ਚਾਅ ਨਾਲ ਮਨਾਉਣਾ ਚਾਹੀਦਾ। ਪਰ ਅਸੀਂ ਇਹ ਯਾਦ ਰੱਖੀਏ ਕਿ ਹਰ ਦਿਨ ਸਾਡਾ ਹੋਣਾ ਚਾਹੀਦਾ। ਇਹ ਕੋਈ ਖਾਸ ਦਿਨ ਨਹੀਂ ਹੈ ਕਿ ਸਾਨੂੰ ਯਾਦ ਆਵੇ ਕਿ ਸਾਡੀ ਕਿੰਨੀ ਮਹੱਤਤਾ ਹੈ, ਜਾਂ ਅਸੀਂ ਕਿੰਨੇ ਪਾਵਰਫੁਲ ਹਾਂ, ਜਾਂ ਅਸੀਂ ਕੀ ਕਰ ਸਕਦੇ ਹਾਂ। ਸਾਨੂੰ ਇਹ ਗੱਲ ਰੋਜ਼ ਯਾਦ ਹੋਵੇ ਕਿ ਸਾਡੇ ਵਿੱਚ ਜੋ ਸ਼ਕਤੀ ਹੈ ਉਸ ਦੀ ਕੋਈ ਵੀ ਸਾਨੀ ਨਹੀਂ ਹੈ। ਉਸ ਸ਼ਕਤੀ ਦਾ ਇੱਕ ਲੇਡੀ ਹੀ ਹੈ ਜਿਹੜੀ ਮਲਟੀਟਾਸਕਰ। ਬੱਲੇ ਬੱਲੇ ਪਈ ਭੂਆ ਦੇ ਪਤੀ ਜੀ ਜਮ ਪਈ, ਬੱਲੇ ਬੱਲੇ ਪਈ ਭੂਆ ਦੇ ਪਤੀ ਜੀ ਜਮ ਪਈ। ਬਾਬੇ ਨਾਨਕ ਨੇ ਬੋਲ ਪਗਾਏ, ਪਈ ਭੂਆ ਦੇ ਪਤੀ ਜੀ ਜਮ ਪਈ। ਲੱਡੂ ਵੰਡਦੀ ਗਲੀ ਦੇ ਵਿੱਚੋਂ ਮਾਰੇ, ਪਈ ਭੂਆ ਦੇ ਪਤੀ ਜੀ ਜਮ ਪਈ। ਚਿੱਲੇ ਉਹਦਾ ਲਾਗੀਆਂ ਨੂੰ ਵੇਲ ਕਰਾਉ, ਪਈ ਭੂਆ ਦੇ ਪਤੀ ਜੀ ਜਮ ਪਈ। ਉਹਦੇ ਤੇਰੇ ਤੇ ਸਾਗ ਸਦਾਵੇ, ਪਈ
ਅਮਨਦੀਪ ਕੌਰ। मैम अज जो प्रोग्राम करवाया गया माता गंगा कॉलेज में और तुसीं पार्टिसिपेट किया की कहना चाहोगे अज महिला दिवस के? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਹੈਪੀ ਵੂਮੈਨਸ ਡੇ ਕਹਿਣਾ ਚਾਹੂੰਗੀ। ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਸਭ ਨੂੰ ਵਧਾਈਆਂ ਹੋਣ। ਕੋਈ ਬੱਚਾ ਜਦੋਂ ਜਨਮ ਲੈਂਦਾ, ਧੀ ਜਨਮ ਲੈਂਦੀ ਆ, ਉਹ ਉਦੋਂ ਤੋਂ ਹੀ ਇੱਕ ਪਤਾ ਹੁੰਦਾ ਕਿ ਉਸ ਦਾ ਮੇਨ ਜੋ ਰੋਲ ਹੈ, ਮੇਨ ਭੂਮਿਕਾ ਉਹਦੀ ਜ਼ਿੰਦਗੀ ਦੀ ਔਰਤ ਬਣੇਗੀ। ਔਰਤ ਐਸੀ ਸ਼ਖਸੀਅਤ ਹੈ ਕਿ ਕਹਿ ਲਓ ਕਿ ਜਨਮ ਤੋਂ ਲੈ ਕੇ ਐਂਡ ਤੱਕ ਦਾ ਉਹਦਾ ਸਫ਼ਰ ਬਸ ਕੁਰਬਾਨੀਆਂ 'ਚ ਲੰਘਦਾ ਵਾ। ਅਤੇ ਹੋਰ ਉਹ ਆਪਣੇ ਨਾਲ ਜਦੋਂ ਦੂਜਿਆਂ ਨੂੰ ਅੱਗੇ ਲੈ ਕੇ ਜਾਂਦੀ ਹੈ ਨਾ, ਤਾਂ ਸਮਝੋ ਕਿ ਉਹ ਸਭ ਦਾ ਜੀਵਨ ਸੰਵਾਰਦੀ ਆ। ਕੋਈ ਵੀ ਐਸਾ ਰਿਸ਼ਤਾ ਨਹੀਂ ਜਿਹੜਾ ਔਰਤ ਤੋਂ ਬਿਨਾਂ ਪੂਰਾ ਹੋ ਸਕੇ। ਕਹਿਣ ਦਾ ਭਾਵ ਕਿ ਹਰ ਰਿਸ਼ਤਾ ਹੀ ਔਰਤ ਤੋਂ ਬਿਨਾਂ ਅਧੂਰਾ ਵਾ। ਅਤੇ ਅੱਜ ਅਸੀਂ ਇਸ ਕਾਲਜ ਦੇ ਵਿੱਚ ਇੱਕ ਨਾਟਕ ਤਿਆਰ ਕਰਵਾਇਆ ਸੀ। ਉਹਦਾ ਮੇਨ ਜੋ ਸੀਗਾ, ਮੇਰਾ ਇਹ ਮੋਟਿਵ ਸੀਗਾ ਕਿ ਸਭ ਨੂੰ ਇਹ ਦੱਸਿਆ ਜਾਵੇ ਕਿ ਜਿੱਥੇ ਪੋਤਰੇ ਨੂੰ ਇੰਨਾ ਜ਼ਿਆਦਾ ਮਾਣ ਦਿੱਤਾ ਜਾਂਦਾ ਹੈ, ਉੱਥੇ ਪੋਤਰੀ ਜੋ ਹੈ ਨਾ, ਉਹ ਅੱਗੇ ਵੱਧ ਕੇ ਵਿਖਾਉਂਦੀ, ਇੱਕ IAS ਆਫਿਸਰ ਬਣਦੀ ਆ। ਤੋ ਉਹ ਐਂਡ 'ਤੇ ਜਦੋਂ IAS ਆਫਿਸਰ ਬਣਦੀ ਆ ਤਾਂ ਉਹਦੇ ਦਾਦਾ ਦਾਦੀ ਨੂੰ ਆਪਣੇ ਆਪ ਸਮਝ ਆ ਜਾਂਦੀ ਆ ਕਿ ਕੀ ਕਰਦੇ ਰਹੇ ਸੀ ਇਹਦੇ ਨਾਲ ਜਾਂ ਇਹਦੀ ਮਾਂ ਨਾਲ, ਕਿ ਅਸੀਂ ਇਹਨਾਂ ਨੂੰ ਅੱਗੇ ਹੀ ਨਹੀਂ ਵਧਣ ਦਿੱਤਾ। ਸੋ ਇਸ ਤਰ੍ਹਾਂ ਬੱਚਿਆਂ ਦਾ ਹੌਸਲਾ ਵਧਾ ਕੇ ਇਹਨਾਂ ਦੇ ਥਰੂ ਕਰਵਾਇਆ ਗਿਆ। ਇਹਨਾਂ ਦੀ ਵੀ ਮਿਹਨਤ ਆ, ਬਸ ਇਹਨਾਂ ਦੇ ਨਾਲ ਮੈਂ ਵੀ ਇਹਨਾਂ ਨੂੰ ਕਰਵਾਇਆ। ਬਸ ਥੈਂਕ ਯੂ ਸੋ ਮਚ। ਅੱਜ ਤੁਸੀਂ ਮਾਝਾ ਜਨਵਾਦੀ ਲਿਖਾਰੀ ਸਭਾ ਵੱਲੋਂ ਇੱਥੇ ਭਾਸ਼ਾ ਵਿਭਾਗ ਵੱਲੋਂ ਮਨਾਏ ਗਏ ਅੰਤਰਰਾਸ਼ਟਰੀ ਮਹਿਲਾ ਦਿਵਸ 'ਚ ਪਹੁੰਚੇ ਜੇ, ਕੀ ਕਹਿਣਾ ਚਾਹੋਗੇ? ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਸਾਡੇ ਇੱਥੋਂ ਦਾ ਐਡੀਸ਼ਨਲ ਜਿਹੜਾ ਅਹੁਦਾ ਹੈ ਸ਼੍ਰੀਮਤੀ ਹਰਮੇਸ਼ ਜੋਧੇ ਜੀ ਕੋਲ ਆ, ਅਤੇ ਅੱਜ ਉਹਨਾਂ ਦੇ ਸੱਦੇ 'ਤੇ ਅਸੀਂ ਵੱਖ-ਵੱਖ ਸਭਾਵਾਂ ਦੇ ਅਹੁਦੇਦਾਰ ਮੈਂਬਰ ਆਪਣੇ ਆਉਣ ਵਾਲੇ ਭਵਿੱਖ ਦੇ ਰੂਬਰੂ ਹੋਏ ਹਾਂ। ਇਹ ਸੱਚਮੁੱਚ ਹੀ ਬਹੁਤ ਵੱਡੀ ਗੱਲ ਹੈ ਕਿ ਅੱਜ ਸਾਨੂੰ ਆਪਣੇ ਵਿਚਾਰ ਜਿਹੜੇ ਆ, ਸਾਨੂੰ ਔਰਤਾਂ ਨੂੰ ਆਪਣੇ ਵਿਚਾਰ ਆਪਣੇ ਭਵਿੱਖ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ। ਇਹ ਮੈਂ ਧੰਨਵਾਦੀ ਹਾਂ ਆਪਣੇ ਇੱਥੋਂ ਦੇ ਪ੍ਰਿੰਸੀਪਲ ਮੈਮ ਦੀ। ਬਹੁਤ ਹੀ ਵਧੀਆ ਪ੍ਰੋਗਰਾਮ ਸੀ ਅਤੇ ਬੱਚਿਆਂ ਨੇ ਆਪਣੇ ਪਲੇ ਰਾਹੀਂ, ਆਪਣੇ ਨਾਟਕ ਰਾਹੀਂ ਵੀ ਸਮਾਜਿਕ ਕੁਰੀਤੀਆਂ ਨੂੰ ਉਘਾੜਿਆ ਹੈ। ਸੋ ਮੈਂ ਫਿਰ ਤੋਂ ਭਾਸ਼ਾ ਵਿਭਾਗ ਪੰਜਾਬ ਦਾ ਧੰਨਵਾਦ ਕਰਦੀ ਹਾਂ। ਕੀ ਵਿਚਾਰਾਂ ਕੀਤੀਆਂ ਗਈਆਂ ਇੱਥੇ ਔਰਤਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਬਾਰੇ 'ਚ ਵਿਚਾਰਾਂ ਕੀਤੀਆਂ ਗਈਆਂ। ਤੇਜ਼ਾਬੀ ਬਾਰਿਸ਼ਾਂ ਕਿਉਂ ਹੋ ਰਹੀਆਂ ਨੇ, ਭਰੂਣ ਹੱਤਿਆ ਕਿਉਂ ਹੋ ਰਹੀ ਹੈ, ਇਹਨਾਂ ਬਹੁਤ ਹੀ ਗੰਭੀਰ ਵਿਸ਼ਿਆਂ 'ਤੇ ਵਿਚਾਰ ਚਰਚਾ ਕੀਤੀ ਗਈ। ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਇਹੀ ਸੰਦੇਸ਼ ਦੇਣਾ ਚਾਹਾਂਗੀ ਆਪਣੇ ਭਵਿੱਖ ਨੂੰ, ਆਪਣੇ ਬੱਚਿਆਂ ਨੂੰ, ਸਮੁੱਚੀਆਂ ਔਰਤਾਂ ਨੂੰ ਕਿ ਆਤਮ ਨਿਰਭਰ ਬਣੋ। ਕੋਈ ਵੀ ਕਿਸੇ ਦਾ ਰਾਖਾ ਨਹੀਂ ਹੈ। ਤੁਸੀਂ ਖੁਦ ਹੀ ਸਸ਼ਕਤ ਹੋਵੋ ਅਤੇ ਮਾਰਸ਼ਲ ਆਰਟ ਵਰਗੀਆਂ ਜਿਹੜੀਆਂ ਵਾ ਇੰਸਟੀਚਿਊਟ ਦਾ ਹਿੱਸਾ ਹੋਣੀਆਂ ਚਾਹੀਦੀਆਂ ਇਹ ਐਕਟੀਵਿਟੀਜ਼, ਤਾਂ ਕਿ ਔਰਤਾਂ ਆਤਮ ਨਿਰਭਰ ਹੋ ਸਕਣ। ਅੱਜ ਤੁਹਾਡੇ ਕਾਲਜ ਦੇ ਵਿੱਚ ਭਾਸ਼ਾ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਮਨਾਇਆ ਗਿਆ ਵਾ, ਕੀ ਕਹੋਗੇ? ਅੱਜ ਸਾਡੇ ਵਾਸਤੇ ਬੜੇ ਹੀ ਮਾਣ ਦੀ ਗੱਲ ਹੈ ਕਿ ਭਾਸ਼ਾ ਵਿਭਾਗ ਅੰਮ੍ਰਿਤਸਰ ਵੱਲੋਂ, ਭਾਸ਼ਾ ਅਫਸਰ ਅੰਮ੍ਰਿਤਸਰ ਵੱਲੋਂ ਰਮੇਸ਼ ਕੌਰ ਜੋਧੇ ਜੀ ਦੇ ਸਹਿਯੋਗ ਨਾਲ, ਉਹਨਾਂ ਦੀ ਰਹਿਨੁਮਾਈ ਨਾਲ, ਉਹਨਾਂ ਦੇ ਮਾਰਗਦਰਸ਼ਨ ਨਾਲ ਆਪਾਂ ਆਪਣੇ ਕਾਲਜ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੇ ਹਾਂ। ਔਰ ਇਹ ਪਹਿਲੀ ਵਾਰੀ, ਵੈਸੇ ਤਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ ਹੀ ਮਨਾਉਂਦੇ ਆਪਣੇ ਕਾਲਜ ਲੈਵਲ 'ਤੇ, ਇੰਟਰਨਲ ਲੈਵਲ 'ਤੇ ਹੁੰਦਾ, ਲੇਕਿਨ ਅੱਜ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਆਪਾਂ ਇਸ ਚੀਜ਼ ਮਨਾ ਰਹੇ ਹਾਂ। ਔਰ ਬੱਚਿਆਂ ਨੇ ਇਹਦੇ ਵਿੱਚ ਬਹੁਤ ਜੀ ਭਰ ਕੇ ਜਾਂ ਜੀ ਲਾ ਕੇ ਆਪਣੀ ਕੀਤੀ ਹੈ। ਉਹਨਾਂ ਨੇ ਆਈਟਮਸ ਪੇਸ਼ ਕੀਤੀਆਂ ਨੇ, ਗੀਤ ਹੋਏ ਨੇ, ਕਵਿਤਾਵਾਂ ਹੋਈਆਂ ਨੇ, ਪਲੇ ਹੋਇਆ ਹੈ। ਔਰ ਇਸ ਅਵਸਰ 'ਤੇ ਮੈਂ ਸਭ ਤੋਂ ਪਹਿਲੇ ਧੰਨਵਾਦ ਉਹਨਾਂ ਦਾ ਵੀ ਕਰਨਾ ਚਾਹਾਂਗੀ, ਜਿਹੜੇ ਸਾਡੇ ਚੀਫ ਗੈਸਟ ਸੀਗੇ, ਜ਼ਿਲ੍ਹਾ ਅਤੇ ਸੈਸ਼ਨ ਜੱਜ ਮਿਸਿਸ ਪ੍ਰਿਆ ਸੂਦ ਆਏ ਸੀਗੇ ਇਸ ਮੌਕੇ 'ਤੇ, ਔਰ ਉਹਨਾਂ ਨੇ ਬੱਚਿਆਂ ਨੂੰ ਬੜਾ ਪ੍ਰੋਤਸਾਹਿਤ ਕੀਤਾ। ਬੇਸਿਕਲੀ ਵਿਮਨਸ ਡੇ ਦੀ ਆਪਾਂ ਗੱਲ ਕਰੀਏ, ਆਪਾਂ ਵਿਮਨਸ ਡੇ ਮਨਾਉਣ ਦੀ ਲੋੜ ਕਿਉਂ ਮਹਿਸੂਸ ਹੋਈ? ਕਿਤੇ ਨਾ ਕਿਤੇ ਵਿਮਨਸ ਵੀਕ ਹੋ ਗਈਆਂ ਸੀ, ਹੈ ਨਾ। ਤਾਂ ਹੀ ਤੇ US ਤੋਂ ਸਟਰਗਲ ਸ਼ੁਰੂ ਹੋਇਆ ਸੀਗਾ ਵਿਮਨਸ ਡੇ ਵਾਸਤੇ, ਵਿਮਨਸ ਦੇ ਰਾਈਟਸ ਵਾਸਤੇ, ਵਿਮਨਸ ਨੇ ਆਪਣੀਆਂ ਜੌਬ ਦੇ ਆਵਰਸ ਨੂੰ ਘਟਾਉਣ ਵਾਸਤੇ, ਛੁੱਟੀਆਂ ਦੀਆਂ ਪ੍ਰਿਵਿਲੇਜਸ ਲੈਣ ਵਾਸਤੇ, ਜਾਂ ਹੋਰ ਵੀ ਆਪਣੇ ਬੇਸਿਕ ਰਾਈਟਸ ਵਾਸਤੇ ਸਟਰਗਲ ਸ਼ੁਰੂ ਕੀਤਾ ਸੀਗਾ, ਜਿਹਦੇ ਕਰਕੇ ਉਹ ਚੀਜ਼ ਜਦੋਂ ਮਹਿਲਾਵਾਂ ਨੂੰ ਆਜ਼ਾਦੀ ਜਿਹੜੀ ਖੋਹ ਲਈ ਗਈ ਸੀ, ਉਹਨਾਂ ਕੋਲ ਆਜ਼ਾਦੀ ਤਾਂ ਸੀਗੀ ਲੇਕਿਨ ਉਹ ਖੋਹ ਲਈ ਗਈ, ਤਾਂ ਉਦੋਂ ਤੋਂ ਬਾਅਦ ਵਿਮਨਸ ਨੇ ਉਸ ਵੀ ਵਾਸਤੇ, ਉਸ ਸਟਰਗਲ ਵਾਸਤੇ ਆਪਣਾ ਕਦਮ ਅੱਗੇ ਪੁੱਟੇ ਸੀਗੇ। ਔਰ ਉਹਦਾ ਨਤੀਜਾ ਇਹ ਹੋਇਆ ਕਿ 1857 ਤੋਂ ਲਹਿਰ ਚੱਲਦੀ ਹੁਣ ਆਪਾਂ ਇੱਕ ਅੰਤਰਰਾਸ਼ਟਰੀ ਲੈਵਲ 'ਤੇ ਮਾਨਤਾ ਮਿਲ ਚੁੱਕੀ ਹੈ ਇਸ ਦਿਵਸ ਨੂੰ, ਔਰ ਆਪਾਂ ਮਨਾਉਂਦੇ ਹਾਂ। ਲੇਕਿਨ ਐਜ਼ ਅ ਟੀਚਰ ਔਰ ਐਜ਼ ਐਨ ਐਡਮਿਨਿਸਟ੍ਰੇਟਰ, ਜਿਹੜੀ ਚੀਜ਼ ਮੈਂ ਆਪਣੇ ਟੀਚਿੰਗ ਐਕਸਪੀਰੀਅੰਸ ਲਰਨ ਕੀਤੀ ਹੈ, ਜਾਂ ਅਸੀਂ
ਹਰ ਪਲੇਟਫਾਰਮ ਤੇ ਗੱਲ ਕਰਦੇ ਹਾਂ ਕਿ ਨਾਰੀ ਸ਼ਕਤੀ ਨਾਰੀ ਸ਼ਕਤੀ ਨਾਰੀ ਸ਼ਕਤੀ ਹੈਗੀ ਹੈ, ਨਾਰੀ ਸ਼ਕਤੀ ਹੈਗੀ ਹੈ, ਬਿਲਕੁਲ ਹੈਗੀ ਹੈ। ਸਰਕਾਰਾਂ ਨੇ ਬਹੁਤ ਐਫਰਟ ਕੀਤੇ ਨੇ ਨਾਰੀ ਸ਼ਕਤੀ ਨੂੰ ਬੁਲੰਦ ਕਰਨ ਵਾਸਤੇ, ਬਹੁਤ ਸਾਰੇ ਰਾਈਟਸ ਦਿੱਤੇ ਨੇ, ਲੀਗਲ ਰਾਈਟਸ ਦਿੱਤੇ ਨੇ, ਲੇਕਿਨ ਕਿਤੇ ਨਾ ਕਿਤੇ ਜਿਹੜੀ ਅੱਜ ਆਪਾਂ ਲੋੜ ਮਹਿਸੂਸ ਕਰ ਰਹੇ ਹਾਂ ਕਿ ਸਟਰੈਂਥ, ਕਿਹੜੀ ਸਟਰੈਂਥ ਦੀ ਲੋੜ ਹੈ, ਲੜਕੀਆਂ ਨੂੰ ਆਪਣੇ ਇਨਸਾਈਟ ਵਿੱਚ ਦੇਖਣ ਦੀ ਲੋੜ ਹੈ। ਅਸੀਂ ਲੋਕ ਜਦੋਂ ਆਪਾਂ ਆਦਿ ਸਨਾਤਨ ਹਿੰਦੂ ਦੇਵਤਾ ਧਰਮ ਨੂੰ ਦੇਖੀਏ ਤੇ ਆਦਿ ਸ਼ਕਤੀ ਦੀ ਮਹਿਮਾ ਕਰਦੇ ਹਾਂ, ਆਦਿ ਸ਼ਕਤੀ ਦੀ ਪੂਜਾ ਕਰਦੇ ਹਾਂ, ਮੰਦਰਾਂ ਵਿੱਚ ਹਰ ਜਗ੍ਹਾ ਤੇ ਸਥਾਨ ਬਣੇ ਹੋਏ ਨੇ। ਅਸ਼ਟਭੁਜੀ ਦਾ ਰੂਪ ਦੇਖਦੇ ਹਾਂ ਆਪਾਂ ਆਦਿ ਸ਼ਕਤੀ ਦੇ ਰੂਪ ਵਿੱਚ। ਅਸ਼ਟਭੁਜੀ ਨੂੰ ਦੇਖ ਕੇ ਆਪਾਂ ਪੂਜਾ ਤੇ ਕਰਦੇ ਹਾਂ, ਹੱਥ ਜੋੜਦੇ ਹਾਂ, ਲੇਕਿਨ ਕਿਆ ਆਪਾਂ ਉਸ ਚੀਜ਼ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸ਼ਟਭੁਜੀ ਜਿਹੜੀ 8 ਭੁਜਾਵਾਂ ਨੇ ਇੱਕ ਇਸਤਰੀ ਦੀਆਂ, ਉਹ ਕੀ ਪ੍ਰਤੀਕ ਨੇ, ਠੀਕ ਹੈ। ਔਰ ਜੋ ਮੈਂ ਐਕਸਪੀਰੀਅੰਸ ਕੀਤਾ ਆਪਣੀ ਲਾਈਫ ਦੇ ਵਿੱਚ ਉਹ ਹੈ ਕਿ 8 ਸ਼ਕਤੀਆਂ ਨੇ ਹਰ ਨਾਰੀ ਦੇ ਵਿੱਚ, ਉਹਨਾਂ ਸ਼ਕਤੀਆਂ ਨੂੰ ਜਾਗਰਿਤ ਕਰਨ ਦੀ ਲੋੜ ਹੈ। ਉਹ ਸ਼ਕਤੀਆਂ ਕਿਹੜੀਆਂ ਨੇ? ਉਹ ਸ਼ਕਤੀਆਂ ਨੇ ਸਭ ਤੋਂ ਪਹਿਲੇ ਤੇ ਆਪਣੀ ਕੋਈ ਵੀ ਸਿਚੁਏਸ਼ਨ ਆਉਂਦੀ ਹੈ ਅਸੀਂ ਉਸ ਸਿਚੁਏਸ਼ਨ ਵਿੱਚ ਇਨਵੋਲਵ ਹੋ ਜਾਂਦੇ ਹਾਂ, ਸਪਿਰਿਚੁਅਲੀ ਵੀ, ਮੈਂਟਲੀ ਵੀ, ਫਿਜ਼ੀਕਲੀ ਵੀ, ਚਾਹੇ ਉਹ ਨੈਗੇਟਿਵ ਸਿਚੁਏਸ਼ਨ ਹੈ ਚਾਹੇ ਉਹ ਪੋਜ਼ੀਟਿਵ ਸਿਚੁਏਸ਼ਨ। ਉਹ 'ਚ ਅਸੀਂ ਉਸ 'ਚ ਇਨਵੋਲਵ ਨਹੀਂ ਹੋਣਾ, ਸਾਖੀ ਹੋ ਕੇ ਉਹਨੂੰ ਉਹ ਤੋਂ ਵਿਡਰੋ ਕਰਨਾ ਆਪਣੇ ਆਪ ਨੂੰ, ਮੈਂਟਲੀ ਸਪਿਰਿਚੁਅਲੀ ਉਹਨੂੰ ਉਹ ਤੋਂ ਵਿਡਰੋ ਹੋਣਾ, ਉਹਦੇ 'ਚ ਇਨਵੋਲਵ ਹੋ ਕੇ ਉਹਦੀ ਨੈਗੇਟਿਵ ਵਾਈਬ ਨਹੀਂ ਲੈਣੀ, ਵਿਡਰੋ ਕਰਨ ਦੀ ਪਾਵਰ ਟੂ ਟੋਲਰੇਟ, ਪਾਵਰ ਟੂ ਐਡਜਸਟ, ਪਾਵਰ ਟੂ ਲੈਟ ਗੋ, ਜੋ ਹੋਇਆ ਜਾਣ ਦਿਓ, ਉਹਦੇ 'ਚ ਫਸ ਕੇ ਨਹੀਂ ਰਹਿ ਜਾਣਾ। ਔਰ ਪਾਵਰ ਟੂ ਕੋਆਪਰੇਟ, ਪਾਵਰ ਟੂ ਐਡਜਸਟ, ਪਾਵਰ ਟੂ ਡਿਜ਼ਰਨ, ਪਾਵਰ ਟੂ ਫੇਸ ਦਾ ਸਿਚੁਏਸ਼ਨ। ਇਹ ਜਿਹੜੀਆਂ 8 ਸ਼ਕਤੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਸਭ ਸਾਡੇ ਅੰਦਰ ਨੇ। ਇਹ ਅੰਦਰੋਂ ਜਦ ਤੱਕ ਨਹੀਂ ਜਾਗਰਿਤ ਹੋਣਗੀਆਂ ਤਦ ਤੱਕ ਅਸੀਂ ਜਿਹੜੀਆਂ ਇੱਕ ਅੱਛੀ ਐਜ਼ ਅ ਵੂਮਨ ਮੈਂ ਅੱਛਾ ਘਰ ਵਿੱਚ ਪਰਫਾਰਮ ਨਹੀਂ ਕਰ ਸਕਦੀ। ਔਰ ਮੇਰਾ ਅੱਜ ਦੇ ਦਿਨ ਆਪਣੀ ਸੁਸਾਇਟੀ ਨੂੰ, ਆਪਣੇ ਕਾਲਜ ਦੀਆਂ ਲੜਕੀਆਂ ਨੂੰ, ਆਪਣੇ ਸਮਾਜ ਨੂੰ ਇਹੀ ਸੰਦੇਸ਼ਾ ਹੈ ਕਿ ਸ਼ੁਰੂਆਤ ਹੋਣੀ ਹੈ ਆਪਣੀ ਫੈਮਿਲੀ ਤੋਂ, ਠੀਕ ਹੈ। ਔਰ ਅੱਜ ਦੇ ਹਾਲਾਤ ਇਹ ਬਣ ਚੁੱਕੇ ਨੇ ਕਿ ਸਿਰਫ ਲੜਕੀਆਂ ਨਾਰੀ ਸ਼ਕਤੀ ਦੀ ਗੱਲ 'ਤੇ ਕਰਦੇ ਹਾਂ ਔਰ ਐਮਪਾਵਰਮੈਂਟ ਵੀ ਹੋਈ ਹੈ, ਲੇਕਿਨ ਉਹਦਾ ਮਿਸਯੂਜ਼ ਵੀ ਹੋ ਰਿਹਾ। ਹਰ ਜਗ੍ਹਾ ਵਿਮਨ ਜਿਹੜੀ ਹੈ ਸਹੀ ਨਹੀਂ ਹੁੰਦੀ, ਹਰ ਜਗ੍ਹਾ ਮੈਨ ਜਿਹੜਾ ਗਲਤ ਨਹੀਂ ਹੁੰਦਾ, ਠੀਕ ਹੈ। ਔਰ ਬਹੁਤ ਜ਼ਿਆਦਾ ਮਿਸਯੂਜ਼ ਜਿਹੜੀਆਂ ਸ਼ਕਤੀਆਂ ਦਾ ਹੋ ਰਿਹਾ, ਜਿਹੜੇ ਰਾਈਟਸ ਦਾ ਹੋ ਰਿਹਾ, ਉਸ ਚੀਜ਼ ਨੂੰ ਚੈੱਕ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਔਰ ਮੇਰੀ ਇੱਕ ਰਿਕੁਐਸਟ ਹੈ, ਮੇਰੀ ਬੇਨਤੀ ਹੈ ਸਮਾਜ ਨੂੰ ਵੀ ਕਿ ਲੜਕੀਆਂ ਨੂੰ ਖਾਸ ਤੌਰ 'ਤੇ ਕਿ ਆਪਣੀ ਇਨਸਾਈਟ ਨੂੰ ਪਹਿਚਾਨੋ। ਔਰ ਆਪਾਂ ਵੈਸਟਰਨ ਕਲਚਰ ਵੱਲ ਤਾਂ ਮੂਵ ਕਰ ਰਹੇ, ਉਹਨੂੰ ਅਡੋਪਟ ਕਰ ਲਿਆ, ਲੇਕਿਨ ਆਪਣੇ ਜਿਹੜੇ ਸੰਸਕਾਰ ਨੇ, ਪੁਰਾਣੇ ਸੰਸਕਾਰ ਨੇ, ਸਾਡੇ ਪੁਰਾਣੇ ਬਜ਼ੁਰਗਾਂ ਨੇ ਸਾਨੂੰ ਸਿਖਾਏ ਨੇ, ਉਹਨਾਂ ਤੋਂ ਆਪਾਂ ਹਟੀਏ, ਉਹਨਾਂ ਤੋਂ ਹਟ ਕੇ ਉਸ ਲੀਹ ਨੂੰ ਕ੍ਰੋਸ ਨਾ ਕਰੀਏ, ਉਸ ਮਰਿਆਦਾ ਨੂੰ ਕ੍ਰੋਸ ਨਾ ਕਰੀਏ। ਇੱਕ ਔਰਤ ਹੈ, ਉਹਨੇ ਜਦੋਂ ਔਰਤ ਨੇ ਦੇਖੋ ਜੀ ਨਵੀਂ ਸੁਸਾਇਟੀ ਬਣਾਉਣੀ ਆ, ਉਹਨੇ ਬੱਚੇ ਨੂੰ ਜਨਮ ਦੇਣਾ, ਔਰ ਜਦੋਂ ਜਨਮ ਦੇਣਾ ਹੈ ਔਰ ਉਹ 9 ਮੰਥਸ ਦੇ ਵਿੱਚ ਜਿਹੜੇ ਬੱਚੇ ਦੀ ਪਰਵਰਿਸ਼ ਹੁੰਦੀ ਹੈ, ਜਿਹੜੇ ਬੱਚੇ ਦੀ ਗਰੋਥ ਹੁੰਦੀ ਹੈ ਵੋਮ ਦੇ ਅੰਦਰ ਹੁੰਦੀ ਹੈ, ਉਸ ਗਰੋਥ ਦੇ ਪੀਰੀਅਡ ਦੇ ਦੌਰਾਨ ਸਭ ਤੋਂ ਜ਼ਿਆਦਾ ਮੈਕਸਿਮਮ ਕੰਟਰੀਬਿਊਸ਼ਨ ਕੌਣ ਕਰਦਾ ਹੈ? ਇੱਕ ਵੂਮਨ ਹੀ ਕਰ ਰਹੀ ਹੈ, ਆਪਣੇ ਬੱਚੇ ਨੇ। ਉਹਨੇ ਬੱਚੇ ਨੂੰ ਜਨਮ ਦੇਣਾ, ਬੱਚੇ ਤੋਂ ਸਮਾਜ ਬਣਨਾ, ਘਰ ਬਣਨਾ, ਪਰਿਵਾਰ ਬਣਨਾ, ਫਿਰ ਸਮਾਜ ਬਣਨਾ, ਠੀਕ ਹੈ। ਸਮਾਜ ਤੋਂ ਬਾਅਦ ਸ਼ਹਿਰ ਬਣਨਾ, ਫਿਰ ਆਪਣਾ ਨੇਸ਼ਨ ਬਣਨਾ, ਰਾਸ਼ਟਰ ਬਣਨਾ। ਸੋ ਇੱਕ ਔਰਤ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਜੇ ਪਾਵਰ ਦਿੱਤੀ ਹੈ ਤੇ ਰਿਸਪੌਂਸਿਬਿਲਿਟੀ ਤੋਂ ਵੀ ਆਪਾਂ ਪਿੱਛੇ ਨਾ ਹਟੀਏ। ਸਿਰਫ ਪਾਵਰ ਦੀ ਗੱਲ ਕਰਦੇ ਨੇ ਆਪਾਂ ਕਿ ਪਾਵਰ ਮਿਲੇ, ਪਾਵਰ ਵੂਮਨ ਇੰਪਾਵਰਮੈਂਟ ਹੋਏ, ਲੇਕਿਨ ਆਪਾਂ ਰਿਸਪੌਂਸਿਬਿਲਿਟੀਜ਼ ਨੂੰ ਵੀ ਨਾਲ ਖਿਆਲ ਰੱਖੀਏ, ਜਿਹੜੀ ਕਿ ਇਹ ਵਾਲਾ ਆਸਪੈਕਟ ਜਿਹੜਾ ਲੜਕੀਆਂ ਦੇ ਪੁਆਇੰਟ ਆਫ ਵਿਊ ਤੋਂ ਕਿਤੇ ਨਾ ਕਿਤੇ ਲੈਕ ਕਰ ਰਿਹਾ ਸੁਸਾਇਟੀ ਵਿੱਚ। ਔਰ ਮੈਂ ਇਸ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਰਿਸਪੌਂਸਿਬਿਲਿਟੀ ਨੂੰ ਅੰਡਰਸਟੈਂਡ ਕਰਦੇ ਹੋਏ, ਚਾਹੇ ਉਹਨਾਂ ਤੁਹਾਡੇ ਘਰ ਦੇ ਪ੍ਰਤੀ ਰਿਸਪੌਂਸਿਬਿਲਿਟੀ ਹੈ, ਤੁਹਾਡੇ ਪੇਰੈਂਟਸ ਦੇ ਪ੍ਰਤੀ, ਤੁਹਾਡੀ ਫੈਮਿਲੀ ਦੇ ਪ੍ਰਤੀ, ਤੁਹਾਡੇ ਇਨ-ਲॉज ਦੇ ਪ੍ਰਤੀ, ਉਹ ਤੋਂ ਹਟ ਕੇ ਆਪਾਂ ਆਪਣੀ ਸ਼ਕਤੀ ਦੀ ਗੱਲ ਨਾ ਕਰੀਏ। ਜਦੋਂ ਆਪਾਂ ਉਧਰ ਰਿਸਪੌਂਸਿਬਿਲਿਟੀ ਵਧਾਵਾਂਗੇ ਤੇ ਸਾਨੂੰ ਸ਼ਕਤੀ ਆਪਣੇ ਆਪ ਹੀ ਮਿਲੀ ਜਾਏਗੀ। ਔਰ ਨਾਲ ਦੇ ਨਾਲ ਇਹ ਸ਼ਕਤੀਆਂ ਜਿਹੜੀਆਂ ਇਨਰ ਪਾਵਰਸ ਦੀ ਗੱਲ ਕੀਤੀ ਹੈ, ਇਹ ਇਨਰ ਪਾਵਰਸ ਬਿਨਾਂ ਸਪਿਰਿਚੁਅਲ ਗਰੋਥ ਤੋਂ, ਬਿਨਾਂ ਸਪਿਰਿਚੁਅਲ ਪਰਮਾਤਮਾ ਦੀ ਸ਼ਕਤੀ ਤੋਂ ਇਹ ਨਹੀਂ ਜਨਰੇਟ ਹੋ ਸਕਦੀਆਂ। ਔਰ ਉਹਦੇ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ। ਹਰਮੇਸ਼ ਮੈਡਮ ਨੇ ਉਹ ਹਰ ਪਲੇਟਫਾਰਮ 'ਤੇ ਗੱਲ ਕਰਦੇ ਨੇ ਪਰਮਾਤਮਾ ਦਾ, ਉਹ ਕਹਿੰਦੇ ਨੇ ਕਿ ਮੈਂ ਇੱਥੋਂ ਤੱਕ ਪਹੁੰਚੀ ਹਾਂ ਕਿ ਪਰਮਾਤਮਾ ਦੀ ਸ਼ਕਤੀ ਕਰਕੇ ਹੀ ਪਹੁੰਚੀ ਹਾਂ। ਔਰ ਅਸੀਂ ਵੀ ਈਵਨ ਮੈਂ ਫੀਲ ਕਰਦੀ ਹਾਂ ਕਿ ਜੇ ਮੈਂ ਇੱਥੋਂ ਤੱਕ ਪਹੁੰਚੀ ਹਾਂ ਤੇ ਪਰਮਾਤਮਾ ਸ਼ਕਤੀ ਕਰਕੇ ਹੀ ਪਹੁੰਚੀ ਹਾਂ। ਔਰ ਮੇਰੀਆਂ ਲੜਕੀਆਂ ਨੂੰ ਰਿਕੁਐਸਟ ਹੈ ਕਿ ਪਰਮਾਤਮਾ ਦੀ ਸਟਰੈਂਥ ਲੈ ਕੇ ਉਹਨੇ ਤੁਹਾਨੂੰ ਰਾਹ ਦਿਖਾਉਣਾ, ਹਰ ਤਰੀਕੇ ਨਾਲ ਰਾਹ ਦਿਖਾਉਣਾ, ਔਰ ਉਹਦਾ ਲੜ ਫੜੇ ਬਿਨਾਂ ਆਪਾਂ ਇਨਰ ਸਟਰੈਂਥ ਪਹਿਲੇ ਜਾਗਰਿਤ ਕਰੀਏ, ਫਿਰ ਆਪਾਂ ਬਾਹਰਲੀ ਸਟਰੈਂਥ ਦੀ ਗੱਲ ਕਰੀਏ। ਥੈਂਕ ਯੂ ਜੀ। ਹਾਂਜੀ ਮੈਡਮ, ਅੱਜ ਭਾਸ਼ਾ ਵਿਭਾਗ ਵੱਲੋਂ ਤੁਹਾਡੀ ਅਗਵਾਈ ਵਿੱਚ ਜਿਹੜਾ ਆ ਮਾਤਾ ਗੰਗਾ ਕਾਲਜ ਤਰਨਤਾਰਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਹ ਕੀ ਸੀਗਾ ਇਹ ਪ੍ਰੋਗਰਾਮ ਦਾ ਮਕਸਦ? ਸਾਰਿਆਂ ਨੂੰ ਹਰਮੇਸ਼ ਕੌਰ ਜੋਧੇ ਵੱਲੋਂ ਬਹੁਤ ਬਹੁਤ ਸਤਿਕਾਰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦੀ ਹਾਂ ਭਾਸ਼ਾ ਵਿਭਾਗ ਦੇ ਔਰ ਸੈਕਟਰੀ ਸਾਹਿਬ ਦੇ, ਜਿਨ੍ਹਾਂ ਨੇ ਸਾਨੂੰ ਇਸ ਸੇਵਾ ਦੇ ਲਈ ਨਵਾਜਿਆ। ਬਹੁਤ ਖੁਸ਼ੀ ਹੋ ਰਹੀ ਆ। ਸਭ ਤੋਂ ਪਹਿਲਾਂ ਤਾਂ ਮੈਂ ਇਹ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਮੈਨੂੰ ਮਹਿਲਾ ਹੋਣ ਦਾ ਮਾਣ ਹੈ।
ਦੂਜੀ ਖੁਸ਼ੀ ਮੇਰੇ ਲਈ ਇਹ ਆ ਕਿ ਅੱਜ ਇੱਕ ਖਾਸ ਮੁਕਾਮ ਤੇ ਇੱਕ ਖਾਸ ਸੀਟ ਤੇ ਪਹੁੰਚ ਕੇ ਮੈਂ ਮਹਿਲਾਵਾਂ ਦੇ ਵਿੱਚ ਸ਼ਾਮਲ ਹੋਈ ਹਾਂ। ਇਸੇ ਤਰ੍ਹਾਂ ਮੈਂ ਸਾਰੀਆਂ ਮਹਿਲਾਵਾਂ ਨੂੰ ਸੱਦਾ ਦਿੰਦੀ ਹਾਂ, ਬੇਨਤੀ ਕਰਦੀ ਹਾਂ ਕਿ ਉਹ ਜਿਹੜੀਆਂ ਸਾਰੀਆਂ ਮਿਹਨਤ ਕਰਨ, ਆਪਣੇ ਆਪਣੇ ਖੇਤਰ ਵਿੱਚ ਮੱਲਾ ਮਾਰਨ। ਸਾਡਾ ਅੱਜ ਦਾ ਜੋ ਪ੍ਰੋਗਰਾਮ ਸੀ ਉਹਦੇ ਵਿੱਚ ਸੀ ਔਰਤ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਕੀ ਨੇ, ਕਿਹੜੀਆਂ ਚੁਣੌਤੀਆਂ ਦਾ ਔਰਤ ਸਾਹਮਣਾ ਕਰ ਰਹੀ ਹੈ, ਤੇ ਉਹਨੂੰ ਉਹਦੇ ਹੱਕਾਂ ਪ੍ਰਤੀ ਅਸੀਂ ਜਾਗਰੂਕ ਕਰਾਇਆ ਕਿ ਕਿਵੇਂ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕਦੀ ਹੈ ਤੇ ਕਿਵੇਂ ਸਮਾਜ ਦੇ ਵਿੱਚ ਸਿਰ ਉੱਚਾ ਉਠਾ ਕੇ ਵਿਚਰ ਸਕਦੀ ਹੈ, ਕਿਵੇਂ ਉਹ ਨੌਕਰੀ ਪੇਸ਼ੇ ਦੇ ਵਿੱਚ ਅੱਗੇ ਆ ਸਕਦੀ ਹੈ, ਕਿਵੇਂ ਇੱਕ ਘਰ ਨੂੰ ਚਲਾਉਣ ਦੇ ਵਿੱਚ ਔਰਤ ਦਾ ਵਧੀਆ ਰੋਲ ਹੋਣਾ ਚਾਹੀਦਾ। ਇੱਥੇ ਸਾਡੇ ਕੋਲ ਰੋਲ ਮਾਡਲ ਮੈਡਮ ਪ੍ਰਿਆ ਸੂਦ ਜੀ ਜਿਹੜੇ ਸੈਸ਼ਨ ਜੱਜ ਵੀ ਸੀਗੇ, ਔਰ ਪ੍ਰਿੰਸੀਪਲ ਇੰਦੂ ਬੇਦੀ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਅਸੀਂ ਮਾਤਾ ਗੰਗਾ ਕਾਲਜ ਦੇ ਵਿੱਚ ਪ੍ਰੋਗਰਾਮ ਕਰਾਇਆ। ਮੈਡਮ ਦਾ ਕਹਿਣਾ ਸੀ ਕਿ ਲੜਕੀਆਂ ਦਾ ਕਾਲਜ ਆ ਮੈਡਮ, ਮੈਂ ਆਪਣੇ ਕਾਲਜ ਵਿੱਚ ਹੀ ਪ੍ਰੋਗਰਾਮ ਰੱਖਣਾ, ਇਸ ਕਰਕੇ ਇਹਨਾਂ ਦੇ ਸੱਦੇ ਤੇ ਇਹ ਅਸੀਂ ਪ੍ਰੋਗਰਾਮ ਰੱਖਿਆ। ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਇਹਨਾਂ ਦੇ ਨਾਲ ਨਾਲ ਸਾਡੇ ਕੋਲ ਬਹੁਤ ਸਾਰੇ ਸਾਹਿਤਕਾਰ ਪਹੁੰਚੇ, ਇਹਨਾਂ ਦੇ ਬੱਚਿਆਂ ਨੇ ਵੀ ਕਵਿਤਾ ਮੁਕਾਬਲੇ, ਗੀਤ ਮੁਕਾਬਲੇ, ਭਾਸ਼ਣ ਮੁਕਾਬਲਿਆਂ ਦੇ ਵਿੱਚ ਭਾਗ ਲਿਆ, ਜੋ ਕਿ ਇਹ ਪ੍ਰੋਗਰਾਮ ਸਵੇਰ ਦੇ 9 ਵਜੇ ਤੋਂ ਚੱਲ ਰਿਹਾ ਸੀ। ਪ੍ਰੋਗਰਾਮ ਅਜੇ ਵੀ ਚੱਲ ਰਿਹਾ। ਅਸੀਂ ਅੰਮ੍ਰਿਤਸਰ ਦੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ, ਇਸ ਕਰਕੇ ਜਲਦੀ ਵਿੱਚ ਜਾ ਰਹੇ ਹਾਂ। ਸੋ ਅਖੀਰ ਤੇ ਮੈਂ ਸਾਰੀਆਂ ਔਰਤਾਂ ਨੂੰ ਇਹੀ ਬੇਨਤੀ ਕਰਾਂਗੀ ਕਿ ਉਹ ਆਪਣੇ ਘਰ-ਬਾਰ ਨੂੰ ਚਲਾਉਣ ਦੇ ਲਈ ਰੋਲ ਮਾਡਲ ਬਣਨ। ਜੋ ਪਿੱਛੇ ਤੋਂ ਚੱਲਿਆ ਆ ਰਿਹਾ ਔਰਤ ਦਾ ਸਬਰ, ਸੰਤੋਖ, ਸਹਿਣਸ਼ੀਲਤਾ, ਮਾਫ ਕਰਨਾ, ਖਿਮਾ ਕਰਨਾ, ਮਾਫੀ ਮੰਗਣੀ, ਜੋ ਵੀ ਹੈ ਉਹ ਆਪਣੇ ਸੰਜਮ 'ਚ ਰਹਿਣ, ਸੰਜਮ ਨੂੰ ਨਾ ਗਵਾਉਣ, ਚਾਹੇ ਉਹ ਦਫ਼ਤਰਾਂ ਦੇ ਵਿੱਚ ਨੇ ਤੇ ਚਾਹੇ ਉਹ ਘਰਾਂ ਦੇ ਵਿੱਚ ਨੇ। ਉਹ ਅੱਜ ਵੀ ਇਹ ਸਮਝਣ ਕਿ ਸਮਾਜ ਉਹਨਾਂ ਦੇ ਮੋਢਿਆਂ ਤੇ ਹੈ, ਉਹਨਾਂ ਦੇ ਸਿਰ ਤੇ ਆ, ਉਹਨਾਂ ਨੇ ਹੀ ਘਰ ਚਲਾਉਣੇ, ਉਹਨਾਂ ਨੇ ਹੀ ਰਿਸ਼ਤੇਦਾਰੀਆਂ ਨਿਭਾਉਣੀਆਂ, ਉਹਨਾਂ ਨੇ ਹੀ ਦਫ਼ਤਰਾਂ ਦੇ ਵਿੱਚ ਵੀ ਜਿਹੜਾ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਕੰਮ ਕਰਨਾ। ਤੇ ਥੋੜੇ 2 ਦਿਨਾਂ ਦੇ ਵਿੱਚ ਆਉਣ ਵਾਲੀ ਨਵੀਂ ਸਰਕਾਰ ਨੂੰ ਵੀ ਮੈਂ ਬੇਨਤੀ ਕਰਾਂਗੀ, ਜਿੱਥੇ ਅੱਜ ਮੈਂ ਕਿਤਾਬ ਰਿਲੀਜ਼ ਕੀਤੀ ਆ, ਬੇਟੀ ਬਚਾਓ, ਬੇਟੀ ਪੜ੍ਹਾਓ, ਬੇਟੀ ਨੂੰ ਸੁਰੱਖਿਆ ਦਿਓ। ਸਰਕਾਰ ਦਾ ਨਾਰਾ ਸੀ ਬੇਟੀ ਬਚਾਓ, ਬੇਟੀ ਪੜ੍ਹਾਓ, ਪਰ ਇਸ ਮੌਕੇ ਸਭ ਤੋਂ ਵੱਡੀ ਲੋੜ ਹੈ ਸਾਨੂੰ ਬੇਟੀ ਦੀ ਸੁਰੱਖਿਆ ਦੀ। ਸੋ ਆਉਣ ਵਾਲੀ ਨਵੀਂ ਸਰਕਾਰ ਨੂੰ ਬੇਨਤੀ ਹੈ ਕਿ ਔਰਤਾਂ ਦੀ ਸੁਰੱਖਿਆ ਦੇ ਲਈ ਉਹ ਵੱਧ ਤੋਂ ਵੱਧ ਕਦਮ ਜਿਹੜੇ ਆ ਉਹ ਉਠਾਉਣ। ਧੰਨਵਾਦ।